ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ परम पवित्र पावन चरण छो प्राप्त इतिहासक स्थान ते अमृत वेले दे सजे हुए दीवाना च हाजरियां भर के आप जी अपने जीवन दियां कुछ कीमती घड़ियां दोबारा ना मिलन वाले कीमती दुर्लभ सवासां नूं सतगुरु जी दे लेखे ला के सफला और सकारथा कर रहे, सर्ब आसा पूर्ण करने वाली श्री आसा जी दी वार दे शब्द कीर्तन सतगुरां दे दर घर दी मर्यादा अनुसार संपन्न हुए हैं। गुरु घर दी ही मर्यादा अनुसार सतगुरां दे बख्शिश कीते गए पवित्र श्री मुखवाक विचारण वास्ते आपां सारे गुरु चरनां विच जुड़ बैठे हाँ। अज दा पावन श्री मुखवाक हुक्मनामा महाराज भगत कबीर जी ने बख्शिश कीता है। श्री गुरु ग्रंथ साहिब जी महाराज जी दे 15 भगत हैं। उन्हां 15 भगतां चों सब तो श्रोमणी जिन्हां दी बाणी सब तो पहले स्थान ते गुरु ग्रंथ साहिब विच दर्ज कीती गई है और सारे भगतां नालों वध बाणी दर्ज है, वो महाराज भगत कबीर जी हैं। कबीर जी महाराज जी ने निरंकार अकाल पुरख वाहिगुरु परमेश्वर की बंदगी करदियां परमेश्वर विच एकमिक होना कीता है और ये प्रमाण खुद महाराज कबीर जी ने अपनी बाणी विच दिते ने कि हुण राम ते कबीर दोवें एक हो गए हैं। जिस राम नाल मिल के कबीर एक हो गए ने उस दी सत्ता विच एकमिक हो गए ने, उस दे निराकार स्वरूप विच एकमिक हो गए ने। एकमिक होण तो बाद जो उन्होंने अपने हिरदे विच माणिया है वो पावन बचन बाणी द्वारा अपने मुखारबिंद द्वारा महाराज कबीर जी ने उच्चारण किए हैं और वही पावन बचन पंजवें पातशाह श्री गुरु अर्जन देव साहब ने श्री गुरु ग्रंथ साहब जी की बाणी विच दर्ज किए ने। आओ मन बिरतियां एकाग्र करिए, गुरदेव दे पावन शब्द दी विचार नाल जुड़िए। एकाग्रता बनाउण निमित्त समूह माई भाई अपनी रसना नूं पवित्र करो और आखो जी सतनाम श्री वाहिगुरु साहिब जी। सतनाम श्री वाहिगुरु साहिब जी। राग तनासरी बाणी भगत कबीर जी की। एक ओंकार सतगुर प्रसाद। राग तनासरी है और बाणी महाराज भगत कबीर जी की उच्चारण की हुई। मंगलाचरण करते हैं एक अद्विती वाहिगुरु निरंकार पार ब्रह्म परमेश्वर। एक सानू कोई पूछे कि गुरु नानक साहब दे घर दा सिद्धांत की है तो असीं ये गल दावे नाल कह सकते हैं कि गुरु नानक साहब दे घर दा सिद्धांत अद्वैत दा सिद्धांत है। दुई दी बिरती नहीं, अद्वैत। तदे अकाल पुरख दा पुजारी बनाया खालसे। पूजा अकाल की, दीदार खालसे का, परचा शब्द का। अद्वैत
ਕਿਉਂਕਿ ਦ્વੈਤਵਾਦ ਤੇ ਅਦਵੈਤਵਾਦ, ਦ્વੈਤਵਾਦ ਦੇ ਵਿੱਚ ਪਰਬ੍ਰਹਮ ਪਰਮੇਸ਼ਰ ਨੂੰ ਸਨਮੁਖ ਜਾਣਦਿਆਂ ਹੋਇਆਂ ਆਪਣੇ ਆਪ ਨੂੰ ਉਹਦੇ ਤੋਂ ਵੱਖਰਾ ਰੱਖ ਕੇ ਉਹਦੀ ਭਗਤੀ ਕੀਤੀ ਜਾਂਦੀ। ਅਦਵੈਤ ਇੱਕ ਤੋਂ ਇਲਾਵਾ ਕੋਈ ਦੂਜਾ ਮੈਂ ਵੀ ਨਹੀਂ ਹਾਂ, ਇਹ ਅਦਵੈਤ ਦਾ ਸਿਧਾਂਤ ਹੈ। ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ ਹੈ, ਨਾ ਸਜਾਤੀ ਕਰਕੇ, ਨਾ ਵਿਜਾਤੀ ਕਰਕੇ ਤੇ ਨਾ ਸਵਗਤ ਕਰਕੇ, ਇਹ ਭੇਦ ਨਹੀਂ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਜਦੋਂ ਓੰਕਾਰ ਕਿਹਾ ਜਾਂਦਾ ਹੈ ਤਾਂ ਓੰਕਾਰ ਦਾ ਅਰਥ ਇਹ ਵੀ ਹੈ ਜਿਹੜਾ ਰੱਖਿਆ ਕਰਦਾ, ਉਚਾਰਨੇ ਮਾਤਰ ਸੇ ਰੱਖਿਆ ਕਰੇ। ਕੇਵਲ ਉਚਾਰਨੇ ਮਾਤਰ ਸੇ ਹੀ ਰੱਖਿਆ ਕਰੇ। ਜਦੋਂ ਕਹਿੰਦੇ ਆ ਓੰਕਾਰ ਤਾਂ ਸਾਡੀ ਰੱਖਿਆ ਹੁੰਦੀ ਹੈ। ਅਕਾਲ ਪੁਰਖ ਜੀ ਸਾਡੇ ਰਾਖੇ ਨੇ, ਓੰਕਾਰ ਸਾਡਾ ਰੱਖ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਉਚਾਰਨੇ ਮਾਤਰ ਸੇ ਰੱਖਿਆ ਕਰੇ, ਉਹਨੂੰ ਕਹਿੰਦੇ ਓੰਕਾਰ। ਫਿਰ ਓੰਕਾਰ ਦਾ ਅਰਥ ਇਸ ਤਰ੍ਹਾਂ ਵੀ ਮਹਾਂਪੁਰਸ਼ ਕਰਦੇ ਆ, ਜਿਹੜਾ ਨੀਚਾਂ ਨੂੰ ਊਚ ਕਰਦਾ, ਨੀਵਿਆਂ ਨੂੰ ਉੱਚਿਆਂ ਕਰਦਾ। ਯੋਗ ਸ਼ਾਸਤਰ ਦੇ ਅਨੁਸਾਰ ਓੰਕਾਰ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉੱਚਾ ਚੁੱਕਦਾ। ਉਹ ਕਹਿੰਦੇ ਓੰਕਾਰ ਕਹਿਣੇ ਮਾਤਰ ਸੇ ਸਰੀਰ ਉੱਪਰ ਨੂੰ ਉੱਠਦਾ। ਆਪ ਦੀ ਉਚਾਰਨ ਕਰਕੇ ਵੇਖੋ, ਓੰਕਾਰ ਆਪਣੇ ਆਪ ਸਰੀਰ ਉੱਪਰ ਨੂੰ ਉੱਠਦਾ, ਜੋ ਨੀਵਿਆਂ ਨੂੰ ਉੱਚਿਆਂ ਕਰ ਦੇਵੇ। ਸਾਡੀ ਜਿਹੜੀ ਊਰਜਾ ਹੈ, ਜਿਸ ਨੂੰ ਅਸੀਂ ਸ਼ਕਤੀ ਕਹਿੰਦੇ ਹਾਂ, ਉਹਦਾ ਜਿਹੜਾ ਵਹਿਣ ਹੈ ਉਹ ਹਮੇਸ਼ਾ ਨੀਚੇ ਨੂੰ ਚੱਲਦਾ, ਉੱਪਰ ਨੂੰ ਨਹੀਂ ਉੱਠਦਾ। ਤੁਸੀਂ ਨੇਤਰ ਬੰਦ ਕਰਕੇ ਬੈਠੋ ਧਿਆਨ ਦੇ ਵਿੱਚ, ਸਿਮਰਨ ਵਿੱਚ, ਬਾਣੀ ਪੜ੍ਹਨ ਵੇਲੇ ਤੁਸੀਂ ਯਤਨ ਕਰੋਗੇ ਕਿ ਆਪਣੀ ਸੁਰਤ ਨੂੰ ਦਸਮ ਦੁਆਰ ਵਿੱਚ ਟਿਕਾਈਏ। ਆ ਜਿਹੜੀਆਂ ਅੱਖਾਂ ਦੇ ਵਿਚਕਾਰ, ਭੌਹਾਂ ਦੇ ਵਿਚਕਾਰ, ਆਗਿਆ ਚੱਕਰ ਵਿੱਚ ਧਿਆਨ ਜੋੜੀਏ। ਜੋੜੋਗੇ ਫਿਰ ਥੱਲੇ ਨੂੰ ਚਲਾ ਜਾਏਗਾ। ਊਰਜਾ ਨੂੰ ਉੱਪਰ ਉੱਠਣ ਦਾ ਯਤਨ ਕਰਦੇ ਹਾਂ ਵੀ ਹੋਵੇ, ਪਰ ਉਹਦਾ ਵਹਿਣ ਥੱਲੇ ਨੂੰ ਜਾਂਦਾ। ਧਰਤੀ ਵਿੱਚ ਇਹੋ ਜਿਹੀ ਗਰੁਤਾ ਸ਼ਕਤੀ ਹੈ, ਖਿੱਚ ਹੈ, ਜਿੱਥੇ ਸਾਡੇ ਸਥੂਲ ਸਰੀਰ ਨੂੰ ਆਪਣੇ ਵੱਲ ਖਿੱਚਦੀ ਹੈ, ਉੱਥੇ ਦੇ ਅੰਦਰ ਜਿਹੜੀ ਸ਼ਕਤੀ ਹੈ ਉਸ ਨੂੰ ਵੀ ਥੱਲੇ ਨੂੰ ਖਿੱਚਦੀ ਹੈ। ਸ਼ਾਇਦ ਇਸੇ ਕਰਕੇ ਬਹੁਤ ਸਾਰੇ ਪੁਰਾਣੇ ਰਿਸ਼ੀ ਮੁਨੀ ਜਿਸ ਵੇਲੇ ਧਿਆਨ ਦੀ ਮੁਦਰਾ 'ਚ ਬੈਠਦੇ, ਥੱਲੇ ਕਿਸੇ ਨਾ ਕਿਸੇ ਜਾਨਵਰ ਦੀ ਖੱਲ ਉਹ ਵਿਛਾ ਲਿਆ ਕਰਦੇ ਕਿ ਜ਼ਮੀਨ ਦੇ ਨਾਲ ਉਸ ਸ਼ਕਤੀ ਦਾ ਅਰਥ ਨਾ ਹੋਵੇ, ਉਹ ਥੱਲੇ ਨੂੰ ਨਾ ਜਾਵੇ। ਕੋਈ ਉਹਨਾਂ ਦਾ ਕੱਪੜਾ ਵਿਛਾ ਲੈਂਦਾ, ਕੋਈ ਰੇਸ਼ਮ ਦੇ ਧਾਗੇ ਦੇ ਬਣੇ ਕੱਪੜੇ ਨੂੰ। ਪਰ ਓੰਕਾਰ ਸ਼ਬਦ ਵਿੱਚ ਇੱਕ ਇਹੋ ਜਿਹੀ ਕਲਾ ਹੈ ਕਿ ਸਾਡੀ ਜਿਸ ਸ਼ਕਤੀ ਦਾ ਨੀਵੇਂ ਥਾਂ ਨੂੰ ਪਤਨ ਹੁੰਦਾ, ਓੰਕਾਰ ਕਹਿੰਦੇ ਉਸ ਸ਼ਕਤੀ ਦਾ ਉਥਾਨ ਹੁੰਦਾ, ਉੱਪਰ ਨੂੰ ਉੱਠਦੀ ਹੈ। ਕੇਵਲ ਸਰੀਰ ਹੀ ਉੱਪਰ ਨਹੀਂ ਉੱਠਦਾ। ਜਦੋਂ ਅਸੀਂ ਕਹਿੰਦੇ ਆ ਓੰਕਾਰ, ਤਾਂ ਉਸ ਵੇਲੇ ਸਾਡੀ ਨਾਭੀ ਦੇ ਅੰਦਰੋਂ, ਜਿਸ ਨੂੰ ਸੁਸ਼ਮਨਾ ਨਾੜੀ ਕਹਿੰਦੇ ਨੇ, ਉਹਦੇ ਅੰਦਰ ਦਾ ਜਿਹੜਾ ਲਿਕਵਿਡ ਹੈ, ਉਹਦੇ ਅੰਦਰ ਜਿਹੜਾ ਭਰਿਆ ਹੋਇਆ ਉਹ ਊਰਜਾ ਹੈ, ਉੱਪਰ ਨੂੰ ਉੱਠਦੀ ਹੈ। ਇਹ ਨਾਦ ਹੈ ਓੰਕਾਰ ਦਾ।
ਯੋਗ ਮਤ ਦੇ ਅਨੁਸਾਰ ਯੋਗੀ ਇਦਾਂ ਅਰਥ ਕਰਦੇ। ਫਿਰ ਓੰਕਾਰ ਕਹਿੰਦੇ ਨੇ ਪੈਦਾ ਕਰਨੇ ਵਾਲਾ, ਪਾਲਣ ਵਾਲਾ ਤੇ ਸੰਘਾਰਨ ਵਾਲਾ। ਜਿਸ ਵਿੱਚ ਪੈਦਾ ਕਰਨਾ, ਉਤਪਤੀ ਕਰਨੀ, ਪਾਲਣ ਕਰਨਾ ਤੇ ਸੰਘਾਰ ਕਰਨ ਦੀਆਂ ਇਹ ਤ੍ਰੈ ਸ਼ਕਤੀਆਂ ਸੁਤੇ ਵਰਤ ਰਹੀਆਂ ਨੇ, ਸੁਭਾਵਕ ਵਰਤ ਰਹੀਆਂ ਨੇ। ਉਸ ਨੂੰ ਕੋਈ ਰਜੋਗੁਣ ਕਹਿ ਲਵੇ, ਤਮੋਗੁਣ, ਸਤੋਗੁਣ ਕਹਿ ਲਵੇ। ਉਸੇ ਤਿੰਨ ਸ਼ਕਤੀਆਂ ਨੂੰ ਕੋਈ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਕਹਿ ਲਵੇ, ਪਰ ਉਹ ਸ਼ਕਤੀਆਂ ਪ੍ਰਮਾਤਮਾ ਦੀਆਂ, ਅਕਾਲ ਪੁਰਖ ਦੀਆਂ ਨੇ। ਉਹਨਾਂ ਤਿੰਨਾਂ ਦਾ ਅਧਿਸ਼ਠਾਨ, ਆਸਰਾ ਜਿਹੜਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਪੁੱਛਿਆ ਮਹਾਰਾਜ ਕਿਵੇਂ ਮਿਲੇਗਾ, ਤਾਂ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ, ਸਤਿਗੁਰਾਂ ਦੀ ਦਇਆ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਨਕ ਸਨੰਦ ਮਹੇਸ਼ ਸਮਾਨਾ। ਹੁਣ ਕਹਿੰਦੇ ਸਨਕ ਸਨੰਦ, ਯਾਨੀ ਕਿ ਬ੍ਰਹਮਾ ਦੇ 4 ਪੁੱਤਰ ਨੇ। ਦੋਹਾਂ ਦਾ ਜ਼ਿਕਰ ਕਰ ਦਿੱਤਾ ਇੱਥੇ, ਸਨਕ, ਸਨੰਦ, ਸਨਾਤਨ, ਸਨਤ ਕੁਮਾਰ। ਇਹ ਚਾਰੇ ਪੁੱਤਰ ਬ੍ਰਹਮਾ ਦੇ ਨੇ, ਇੱਕੋ ਜਿਹੀ ਅਵਸਥਾ 'ਚ ਰਹਿੰਦੇ ਹਮੇਸ਼ਾ, ਕਿਸ਼ੋਰ ਅਵਸਥਾ 'ਚ। ਇਹਨਾਂ ਨੇ ਪਰਮੇਸ਼ਰ ਦੀ ਭਗਤੀ ਕਰਕੇ ਪਰਮੇਸ਼ਰ ਕੋਲੋਂ ਕਿਸ਼ੋਰ ਅਵਸਥਾ ਮੰਗ ਕੇ ਲਈ ਕਿ ਸਾਡੀ ਇਹ ਅਵਸਥਾ ਕਦੇ ਤਬਦੀਲ ਨਾ ਹੋਵੇ ਔਰ ਅਸੀਂ ਤੇਰੇ ਗੁਣ ਗਾਈ ਜਾਈਏ। ਚਾਰੇ ਇਹ ਹੋ ਗਏ। ਮਹੇਸ਼, ਮਹੇਸ਼ ਨਾਮ ਸ਼ਿਵ ਦਾ ਹੈ, ਸ਼ਿਵ ਜੀ। ਸਮਾਨਾ ਦਾ ਅਰਥ ਹੈ ਵੀ ਉਹਨਾਂ ਦੇ ਸਦ੍ਰਿਸ਼ ਹੋਰ ਵੀ ਬਹੁਤ ਨੇ, ਕਿਉਂਕਿ ਇੱਕ ਸ਼ਿਵ ਨਹੀਂ ਹੈ, ਸ਼ਿਵ ਕਈ ਨੇ। ਇੱਕ ਸਨਕ, ਸਨੰਦ, ਸਨਾਤਨ, ਸਨਤ ਕੁਮਾਰ, 4 ਇਹੀ ਨਹੀਂ ਹਨ, ਇਹਨਾਂ ਤੋਂ ਇਲਾਵਾ ਹੋਰ ਵੀ ਲੱਖਾਂ ਨੇ। ਇਸ ਕਰਕੇ ਸਮਾਨਾ ਸ਼ਬਦ ਨਾਲ ਵਰਤ ਦਿੱਤਾ ਹੈ। ਸਮਾਨ ਉਹਨਾਂ ਦੇ ਸਦ੍ਰਿਸ਼, ਉਹਨਾਂ ਵਰਗੇ, ਜਿਵੇਂ ਕਹਿੰਦੇ ਫਲਾਣਾ ਫਲਾਣੇ ਸਮਾਨ ਹੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਸਮਾਨ ਹੋਰ ਵੀ ਬਹੁਤ ਹਨ, ਜਿਵੇਂ ਅੱਗੇ ਦੱਸਦੇ ਨੇ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਇਹਨਾਂ ਦੇ ਸਮਾਨ ਜਿੱਥੇ ਹੋਰ ਨੇ, ਉੱਥੇ ਸ਼ੇਖ, ਸ਼ੇਸ਼ ਔਰ ਉਹਦੇ ਨਾਲ ਪਤਾ ਨਹੀਂ ਕਿਤਨੇ ਕ ਨਾਗ। ਹੇ ਵਾਹਿਗੁਰੂ, ਇਹ ਸਾਰੇ ਰਲ ਕੇ ਤੇਰੇ ਗੁਣਾਂ ਨੂੰ ਗਾਉਂਦੇ ਨੇ, ਪਰ ਤੇਰਾ ਮਰਮ, ਤੇਰਾ ਭੇਦ ਨਹੀਂ ਜਾਣਦੇ, ਤੇਰਾ ਮਰਮ ਨਹੀਂ ਜਾਣਦੇ। ਇਹ ਵੀ ਤੇਰਾ ਭੇਦ ਨਹੀਂ ਜਾਣਦੇ, ਕਿਉਂਕਿ ਭੇਦ ਤਾਂ ਉਸ ਦਾ ਜਾਣਿਆ ਜਾਂਦਾ ਜਿਸ ਦਾ ਭੇਦ ਹੋਵੇ। ਵਾਹਿਗੁਰੂ ਪਰਮੇਸ਼ਰ ਦਾ ਭੇਦ ਤਾਂ ਹੈ ਹੀ ਨਹੀਂ। ਸਾਡੇ ਬੜੇ ਭੇਦ ਹੁੰਦੇ ਆ, ਅਸੀਂ ਲੁਕਾ ਕੇ ਰੱਖੀਏ ਫਿਰ ਵੀ ਕਿਤੇ ਨਾ ਕਿਤੇ ਪ੍ਰਗਟ ਹੋ ਜਾਂਦੇ ਆ, ਕਿਉਂਕਿ ਸਾਡੇ ਹੈਣ ਭੇਦ। ਪਰਮੇਸ਼ਰ ਦਾ ਤਾਂ ਕੋਈ ਭੇਦ ਹੈ ਹੀ ਨਹੀਂ, ਉਹ ਭੇਦ ਤੋਂ ਰਹਿਤ ਹੈ। ਇਸ ਕਰਕੇ ਕਹਿੰਦੇ ਹੇ ਵਾਹਿਗੁਰੂ, ਸ਼ੇਸ਼ ਨਾਗ ਔਰ ਉਹਦੇ ਸਦ੍ਰਿਸ਼ ਹੋਰ ਵੀ ਪਤਾ ਨਹੀਂ ਕਿਤਨੇ ਕ ਨਾਗ ਨੇ, ਤੱਛਕ ਜਿਹੇ। ਮਹਾਰਾਜ ਉਹ ਤੁਹਾਡੇ ਗੁਣ ਗਾਉਂਦੇ ਹੈ, ਪਰ ਉਹ ਤੁਹਾਡਾ ਮਰਮ ਨਹੀਂ ਜਾਣਦੇ, ਭੇਦ ਨਹੀਂ ਜਾਣਦੇ। ਹਾਂਜੀ। ਸੰਤ ਸੰਗਤ ਰਾਮ ਹਿਰਦੈ ਵਸਾਈ। ਸੰਤ ਜਨਾਂ ਦੀ ਸੰਗਤ ਕਰਕੇ ਮੈਂ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਸੰਤ ਸੰਗਤ ਰਾਮ ਹਿਰਦੈ ਵਸਾਈ। ਸੰਤ ਜਨਾਂ ਦੀ ਸੰਗਤ ਦੁਆਰਾ ਮੈਂ ਰਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਰਾਮ ਦਾ ਨਾਮ ਮੇਰੇ ਹਿਰਦੇ 'ਚ ਵਸ ਗਿਆ। ਏਦਾਂ ਨਹੀਂ ਵਸਿਆ, ਸੰਤ ਜਨਾਂ ਦੀ ਸੰਗਤ ਕਰਕੇ ਵਸਿਆ।
ਅੱਜ ਜਿੱਥੇ ਆਪਾਂ ਸਾਰੇ ਜੁੜ ਬੈਠੇ ਆ, ਇਹ ਸੰਤ ਸੰਗਤ ਹੈ। ਜਿੱਥੇ ਸਤੋ ਗੁਣ ਦੀ ਅੰਸ਼ ਹੋਵੇ ਉਹਨੂੰ ਸਤ ਸੰਗਤ ਕਹਿੰਦੇ ਨੇ। ਜਿੱਥੇ ਰਜੋ ਤੇ ਤਮੋ ਗੁਣ ਨਾ ਹੋਵੇ, ਕੇਵਲ ਸਾਤਵਿਕ ਬਿਰਤੀ ਸਤੋ ਗੁਣ ਹੋਵੇ, ਉਹਨੂੰ ਸਤ ਸੰਗਤ ਕਹਿੰਦੇ ਆ। ਸਤੋ ਗੁਣ ਕੀ ਹੈ? ਜਿੱਥੇ ਵਿਚਾਰ ਹੈ, ਜਿੱਥੇ ਵਿਵੇਕ ਹੈ, ਉਹਨੂੰ ਸਤੋ ਗੁਣ ਕਹਿੰਦੇ। ਰਜੋ ਗੁਣ ਤੇ ਤਮੋ ਗੁਣ ਚ ਵਿਚਾਰ ਨਹੀਂ ਹੁੰਦੀ, ਵਿਵੇਕ ਨਹੀਂ ਹੁੰਦਾ। ਜਿੱਥੇ ਸਾਤਵਿਕ ਬਿਰਤੀ ਹੈ, ਸਤੋ ਗੁਣ ਹੈ, ਉੱਥੇ ਵਿਵੇਕ ਵੀ ਹੈ, ਉੱਥੇ ਵਿਚਾਰ ਵੀ ਹੈ। ਇਸ ਕਰਕੇ ਸਾਧ ਸੰਗਤ, ਸਤ ਸੰਗਤ, ਜਿੱਥੇ ਵਿਵੇਕ ਹੈ, ਵਿਚਾਰ ਹੈ, ਗੁਰਬਾਣੀ ਦੀ ਵਿਚਾਰ ਹੈ, ਗੁਰਬਾਣੀ ਦਾ ਕੀਰਤਨ ਹੈ, ਐਸੀ ਸਾਧ ਸੰਗਤ ਵਿੱਚ ਆ ਕੇ RAM ਦੇ ਨਾਮ ਨੂੰ ਅਸੀਂ ਆਪਣੇ ਹਿਰਦੇ 'ਚ ਵਸਾਇਆ ਹੈ। ਰਹਾਉ ਹਨੂਮਾਨ ਸਰ ਗਰੁੜ ਸਮਾਨਾ। ਹਨੂਮਾਨ ਔਰ ਉਹਦੇ ਸਦ੍ਰਿਸ਼ ਹੋਰ ਵੀ ਪਤਾ ਨਹੀਂ ਕਿਤਨੇ ਹਨੂਮਾਨ, ਕਿਉਂਕਿ ਹਨੂਮਾਨ ਇੱਕ ਨਹੀਂ, ਐਸੇ ਪਤਾ ਨਹੀਂ ਕਿਤਨੇ ਕੁ ਨੇ। ਕਿੰਨੀ ਵਾਰ ਯੁੱਗ ਬਣਿਆ ਹੋਣਾ ਤ੍ਰੇਤਾ, ਤੇ ਕਿੰਨੀ ਵੇਰੀ ਹਨੂਮਾਨ ਜੀ ਹੋਣਗੇ। ਅਨਾਜ ਮੁੱਕ ਗਿਆ ਲੰਕਾ 'ਚ ਲੜਦਿਆਂ ਹੋਇਆਂ, ਤੇ ਸ਼੍ਰੀ ਰਾਮ ਜੀ ਨੇ ਹਨੂਮਾਨ ਜੀ ਨੂੰ ਆਪਣੇ ਹੱਥ ਦੀ ਇੱਕ ਅੰਗੂਠੀ ਦੇ ਕੇ ਟਿਕਾਣਾ ਦੱਸ ਕੇ ਭੇਜਿਆ ਵੀ ਫਲਾਣੀ ਥਾਂ ਤੇ ਇੱਕ ਮਾਈ ਆਟਾ ਪੀਸ ਰਹੀ ਹੈ, ਜਾਓ ਉਹਦੇ ਕੋਲੋਂ ਜਾ ਕੇ ਅਨਾਜ ਲੈ ਆਓ, ਇਹ ਮੇਰੀ ਜਿਹੜੀ ਮੁੰਦਰੀ ਹੈ ਇਹ ਦੇ ਦਿਓ, ਇਹ ਪਛਾਣ ਕੇ ਤੈਨੂੰ ਅਨਾਜ ਦੇ ਦੇਗੀ। ਹਨੂਮਾਨ ਜੀ ਗਏ, ਮਾਈ ਨੂੰ ਜਾ ਕੇ ਮੁੰਦਰੀ ਦਿਖਾਈ, ਉਹਨੇ ਆਖਿਆ ਵੀ ਆਹ ਖੂਹ ਪਿਆ, ਇਹਦੇ 'ਚ ਸੁੱਟ ਦੇ। ਹਨੂਮਾਨ ਜੀ ਬੜੇ ਹੈਰਾਨ ਹੋਏ। ਮੁੰਦਰੀ ਉਹਨੇ ਖੂਹ 'ਚ ਸੁੱਟ ਵੀ ਦਿੱਤੀ, ਤੇ ਕਹਿਣ ਲੱਗੇ ਮਾਈ ਇਹ ਕੀ ਮਾਜ ਲੈ? ਕਹਿੰਦੀ ਖੂਹ 'ਚ ਨਿਗਾਹ ਮਾਰ, ਅੱਧਾ ਖੂਹ ਹੋਇਆ ਪਿਆ ਸੀ ਮੁੰਦਰੀਆਂ ਨਾਲ ਹੀ। ਕਹਿੰਦੀ ਤੂੰ ਇੱਕ ਵਾਰ ਨਹੀਂ, ਲੱਖਾਂ ਵਾਰ ਇਹ ਮੁੰਦਰੀ ਹਨੂਮਾਨ ਬਣ ਕੇ ਲੈ ਕੇ ਆਇਆ, ਤੇ ਲੱਖਾਂ ਵੇਰੀ ਸ਼੍ਰੀ ਰਾਮ ਜੀ ਨੇ ਭੇਜਿਆ। ਉਹ ਕਹਿੰਦਾ ਮੈਂ ਤਾਂ ਹੁਣੇ ਆਇਆ। ਕਹਿੰਦੇ ਇਸ ਤੋਂ ਪਹਿਲਾਂ ਬੜੇ ਜਨਮ ਹੋ ਚੁੱਕੇ ਨੇ। ਤੋ ਹਨੂਮਾਨ ਜੀ ਦੇ ਸਦ੍ਰਿਸ਼, ਹਨੂਮਾਨ ਜੀ ਭਗਤੀ ਵਿੱਚ ਤਤਪਰ ਨੇ, ਉਹਨਾਂ ਵੀ ਪਰਮੇਸ਼ਰ ਦੀ ਭਗਤੀ, ਸਰਗੁਣ ਰੂਪ ਦੀ ਭਗਤੀ ਕੀਤੀ, ਔਰ ਉਹਨਾਂ ਦੇ ਸਦ੍ਰਿਸ਼ ਹੋਰ ਵੀ ਬੜੇ ਬੜੇ। ਫਿਰ ਗਰੁੜ, ਗਰੁੜ ਭਗਵਾਨ ਵਿਸ਼ਨੂੰ ਦਾ ਵਾਹਨ ਹੈ। ਗਰੁੜ ਜੀ ਦੇ ਕੋਲ ਇੱਕ ਉਹਨਾਂ ਨੇ ਮੰਗ ਕੇ ਲਿਆ ਕਿ ਮੇਰੇ ਸ਼ਰਵਣਾ ਵਿੱਚ ਹਮੇਸ਼ਾ ਪ੍ਰਭੂ ਦੀ ਕੀਰਤੀ ਪੈਂਦੀ ਰਹੇ, ਮੈਂ ਉਹਦਾ ਜਸ ਸੁਣਦਾ ਰਹਾ। ਤੂੰ ਕਹਿੰਦੇ ਗਰੁੜ ਦੇ ਸਮਾਨ ਹੋਰ ਵੀ ਪਤਾ ਨਹੀਂ ਕਿਤਨੇ ਨੇ। ਹਾਂਜੀ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਦੇਵਤਿਆਂ ਦਾ ਰਾਜਾ ਇੰਦਰ, ਨਰਾਂ ਦੇ ਰਾਜੇ ਮਨੂ ਜਿਹੇ ਪਤਾ ਨਹੀਂ ਕਿੰਨੇ ਕੁ ਹੋਏ। ਹੇ ਵਾਹਿਗੁਰੂ, ਉਹਨਾਂ ਵੀ ਤੇਰੇ ਗੁਣ ਪੂਰਨ ਤੌਰ ਤੇ ਨਹੀਂ ਜਾਣੇ। ਪੂਰਨ ਤੌਰ ਤੇ ਇੱਕ ਵੀ ਗੁਣ ਨਹੀਂ ਜਾਣਿਆ ਮਹਾਰਾਜ। ਸਾਰੇ ਗੁਣਾਂ ਦਾ ਵਰਣਨ ਕਰਨਾ ਉਹ ਤਾਂ ਕਿਤੇ ਰਿਹਾ ਮਹਾਰਾਜ। ਉਹਨਾਂ ਨੇ ਇੱਕ ਵੀ ਗੁਣ ਸੰਪੂਰਨ ਰੂਪ ਵਿੱਚ ਤੁਹਾਡਾ ਨਹੀਂ ਜਾਣਿਆ, ਕਿ ਤੁਹਾਡੇ ਇੱਕ ਗੁਣ ਦਾ ਵੀ ਕਿਤਨਾ ਵੱਡਾ ਉਪਕਾਰ ਦਾ, ਉਹਦਾ ਕਿਤਨਾ ਵੱਡਾ ਵਿਸਥਾਰ ਹੈ, ਉਹਦਾ ਵੀ ਅੰਤ ਨਹੀਂ ਜਾਣਿਆ। ਚਾਰ ਵੇਦ ਅਰ ਸਿਮਰਤ ਪੁਰਾਨਾ। ਚਾਰੇ ਵੇਦ, 27 ਸਿਮਰਤੀਆਂ, 18 ਪੁਰਾਣ ਵੀ ਕਹਿ ਰਹੇ ਨੇ ਹੇ ਰੱਬਾ ਤੇਰਾ ਅੰਤ ਨਹੀਂ, ਤੇਰਾ ਅੰਤ ਨਹੀਂ। ਉਹਨਾਂ ਨੇ ਵੀ ਅੰਤ ਨਹੀਂ ਜਾਣਿਆ। ਉਹ ਵੀ ਇਹੀ ਕਹਿੰਦੇ ਹੇ ਵਾਹਿਗੁਰੂ ਤੇਰਾ ਅੰਤ ਨਹੀਂ ਹੈ। ਚਾਰੇ ਵੇਦ ਕਹਿ ਰਹੇ ਨੇ, 27 ਸਿਮਰਤੀਆਂ ਕਹਿ ਰਹੀਆਂ ਨੇ, 18 ਪੁਰਾਣ ਵੀ ਕਹਿ ਰਹੇ ਨੇ ਨਾ ਇਤੀ ਨਾ ਇਤੀ ਨਾ ਇਤੀ।
ਨੇਤ ਨੇਤ ਜਿਸ ਬੇਦ ਬਤਾਵੈ, ਨਾਇਤੀ ਨਾਇਤੀ ਨਾਇਤੀ। ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਪਰੇ ਤੋਂ ਪਰੇ। ਨੇਤ ਨੇਤ ਜਿਸ ਬੇਦ ਬਤਾਵੈ, ਇਤਨੀ ਉਪਮਾ ਲਿਖੀ ਉਹਨਾਂ ਧਰਮ ਗ੍ਰੰਥਾਂ ਚ ਵਾਹਿਗੁਰੂ ਦੀ ਨਿਰਾਕਾਰ ਦੀ। ਅਖੀਰ ਨੂੰ ਉਹਨਾਂ ਨੇ ਵੀ ਲਿਖਿਆ ਹੈ, ਵਾਹਿਗੁਰੂ ਤੇਰਾ ਅੰਤ ਨਹੀਂ ਹੈ। ਕਿਤਨੇ ਗੁਣ ਗਾਏ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵਾਹਿਗੁਰੂ ਦੇ, ਪਰ ਅਖੀਰ 'ਚ ਇਹੀ ਕਿਹਾ ਹੈ, ਵਾਹਿਗੁਰੂ ਤੇਰਾ ਕੀਤਾ ਜਾਤੋ ਨਹੀਂ। ਤੇਰੇ ਕੀਤੇ ਨੂੰ ਵੀ ਮੈਂ ਨਹੀਂ ਜਾਣ ਸਕਦਾ, ਤੈਨੂੰ ਜਾਣਨਾ ਤਾਂ ਕਿਤੇ ਰਿਹਾ। ਪਰ ਤੁਸੀਂ ਮੈਨੂੰ ਯੋਗ ਕਰ ਦਿੱਤਾ ਹੈ ਆਪ ਤਰਸ ਕਰਕੇ, ਕਿ ਮੈਂ ਜਿੰਨੇ ਕੁ ਗੁਣ ਕਹਿ ਸਕਿਆ ਤੁਹਾਡੇ ਤਰਸ ਨਾਲ ਕਹਿ ਸਕਿਆ। ਤੋ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਹੈ, ਬੇਅੰਤ। ਸਿੱਖ ਵੀ ਆਪਣੇ ਗੁਰੂ ਦਾ ਕਦੇ ਅੰਤ ਨਹੀਂ ਪਾ ਸਕਦਾ। ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਦੇ ਮਨ 'ਚ ਇੱਕ ਦਿਨ ਸੰਸਾ ਆ ਗਿਆ ਕਿ ਮੈਂ ਵੱਡਾ ਹਾਂ, ਗੁਰੂ ਸਾਹਿਬ ਤੋਂ ਉਮਰ ਕਰਕੇ ਹੌਲੇ ਸਰੀਰ ਦੇ ਨੇ, ਵੀ ਇੰਨਾ ਵਜਨ ਨਹੀਂ ਹੋਣਾ ਇਹਨਾਂ ਦੇ ਸਰੀਰ ਦਾ। ਸਾਹਿਬ ਕਲਗੀਧਰ ਪਾਤਸ਼ਾਹ ਨੇ ਵੇਖਿਆ ਕਿ ਸਿੱਖ ਦੇ ਹਿਰਦੇ 'ਚ ਸੰਦੇਹ। ਗੁਰਦੇਵ ਨੇ ਕਲਾ ਵਰਤਾਈ, ਹਾਥੀ ਮੰਗਾਇਆ, ਆਖਿਆ ਆਓ ਰਾਮ ਕੁਇਰ ਸਾਹਿਬ ਸ਼ਿਕਾਰ ਤੇ ਚੱਲੀਏ। ਹਾਥੀ ਆ ਗਿਆ ਤੇ ਮਹਾਰਾਜ ਜੀ ਕਹਿੰਦੇ, ਭਾਈ ਰਾਮ ਕੁਇਰ ਜੀ ਮੋਢਾ ਕਰੋ, ਤੁਹਾਡੇ ਮੋਢੇ ਦਾ ਆਸਰਾ ਲੈ ਕੇ ਹਾਥੀ ਤੇ ਚੜੀਏ। ਹਾਲੇ ਮਹਾਰਾਜ ਜੀ ਨੇ ਥੋੜਾ ਜਿਹਾ ਚਰਨ, ਭਾਈ ਸਾਹਿਬ ਦੇ ਮਨ 'ਚ ਪਹਿਲਾਂ ਹੀ ਸੀ ਵੀ ਕਿਹੜਾ ਵਜਨ ਇੰਨਾ ਹੋਣਾ, ਹਾਲੇ ਚਰਨ ਰੱਖਿਆ ਹੀ ਸੀ ਕਿ ਮਾਨੋ ਜਿਵੇਂ ਤਰਲੋਕੀ ਦਾ ਭਾਰ ਭਾਈ ਰਾਮ ਕੁਇਰ ਸਾਹਿਬ ਦੇ ਮੋਢਿਆਂ ਤੇ ਪੈ ਗਿਆ ਹੋਵੇ। ਇਹ ਤਾਂ ਬਾਬੇ ਬੁੱਢੇ ਦੀ ਅੰਸ਼ ਸੀ, ਤਾਂ ਇੰਨਾ ਵਜਨ ਚੱਲ ਗਿਆ। ਕਿਤੇ ਕੋਈ ਸਧਾਰਨ ਵਿਅਕਤੀ ਹੁੰਦਾ ਤੇ ਪਤਾਲ 'ਚ ਧੱਸ ਜਾਂਦਾ। ਮਹਾਰਾਜ ਸਮਝ ਗਿਆ ਹਾਂ, ਰੱਖ ਲੋ। ਗੁਰਦੇਵ ਹਾਥੀ ਤੇ ਬੈਠੇ, ਭਾਈ ਰਾਮ ਕੁਇਰ ਜੀ ਦਾ ਹੱਥ ਫੜਿਆ ਵੀ ਤੁਸੀਂ ਵੀ ਸਾਡੇ ਨਾਲ ਆ ਜਾਓ। ਭਾਈ ਸਾਹਿਬ ਆਖਣ ਨਹੀਂ ਮਹਾਰਾਜ ਮੈਂ ਤੁਹਾਡੇ ਬਰਾਬਰ ਨਹੀਂ ਬੈਠਣਾ। ਗੁਰਦੇਵ ਨੇ ਵੀ ਕਿਤੇ ਮੇਰੇ ਸਿੱਖ ਦਾ ਮਨ ਮਾਯੂਸ ਨਾ ਹੋ ਜਾਏ, ਦੁਬਾਰਾ ਉਹਨੂੰ ਮਾਣ ਦੇਣ ਲਈ ਭਾਈ ਸਾਹਿਬ ਦਾ ਹੱਥ ਪਕੜ ਕੇ ਆਪ ਖਿੱਚ ਕੇ ਹਾਥੀ ਦੀ ਅੰਬਾਰੀ ਤੇ ਆਪਣੇ ਨਾਲ ਬਿਠਾ ਲਿਆ। ਗੁਰੂ ਸਾਹਿਬ ਜੀ ਦੇ ਬਲ ਦਾ, ਸਤਿਗੁਰੂ ਜੀ ਦੇ ਪ੍ਰਤਾਪ ਦਾ, ਸਤਿਗੁਰੂ ਜੀ ਦੇ ਗੁਣਾਂ ਦਾ, ਸਤਿਗੁਰੂ ਜੀ ਦੀ ਕਿਰਪਾ ਦਾ ਅਸੀਂ ਸਿੱਖ ਕਦੇ ਵੀ ਅੰਤ ਨਹੀਂ ਪਾ ਸਕਦੇ। ਅੰਤ ਨਹੀਂ, ਕਿਉਂਕਿ ਜਨਮ ਸਾਖੀ 'ਚ ਜ਼ਿਕਰ ਆਉਂਦਾ, ਅਕਾਲ ਪੁਰਖ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਮੈਂ ਅਕਾਲ ਪੁਰਖ ਪਰਮੇਸ਼ਰ, ਤੁਸੀਂ ਗੁਰ ਪਰਮੇਸ਼ਰ। ਕਿ ਮੈਨੂੰ ਅਕਾਲ ਪੁਰਖ ਪਰਮੇਸ਼ਰ, ਤੁਸੀਂ ਗੁਰੂ ਪਰਮੇਸ਼ਰ ਹੋ। ਤੇ ਫਿਰ ਜੇ ਗੁਰੂ ਪਰਮੇਸ਼ਰ ਹੈ ਤੇ ਫਿਰ ਪਰਮੇਸ਼ਰ ਦਾ ਅੰਤ ਕਿਵੇਂ ਪੈ ਸਕਦਾ? ਕਿਵੇਂ ਕੋਈ ਅੰਤ ਜਾਣ ਸਕਦਾ? ਮਹਾਰਾਜ ਤੁਸੀਂ ਬੇਅੰਤ ਹੋ, ਬੇਅੰਤ ਹੋ। ਤੂੰ ਬੇਅੰਤ ਕੋ ਵਿਰਲਾ ਜਾਣੈ, ਕੋਈ ਵਿਰਲਾ ਹੈ ਜਿਹੜਾ ਤੁਹਾਡੀ ਇਸ ਬੇਅੰਤਤਾਈ ਦੇ ਸੁਭਾਅ ਨੂੰ ਜਾਣ ਸਕੇ। ਤੁਸੀਂ ਬੇਅੰਤ ਹੋ। ਬੇਅੰਤ 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 ਕੋ ਕਰੰਤ ਪਾਠ ਪੇਖੀਐ, ਬੇਅੰਤ ਹੋ, ਬੇਅੰਤ ਹੋ, ਬੇਅੰਤ ਹੋ।
ਜਿਹਵਾ ਏਕ ਕਵਨ ਗੁਣ ਕਹੀਐ, ਜਿਹਵਾ ਏਕ ਕਵਨ ਗੁਣ ਕਹੀਐ। ਜਿਹਵਾ ਏਕ ਕਵਨ ਗੁਣ ਕਹੀਐ, ਜਿਹਵਾ ਏਕ ਕਵਨ ਗੁਣ ਕਹੀਐ। ਜਿਹਵਾ ਏਕ ਕਵਨ ਗੁਣ ਕਹੀਐ, ਜਿਹਵਾ ਏਕ ਕਵਨ ਗੁਣ ਕਹੀਐ। ਜਿਹਵਾ ਏਕ ਕਵਨ ਗੁਣ ਕਹੀਐ, ਜਿਹਵਾ ਏਕ ਕਵਨ ਗੁਣ ਕਹੀਐ। ਮਹਾਰਾਜ ਕਿਹੜੇ ਕਿਹੜੇ ਗੁਣ ਕਹੀਏ? ਤੁਸੀਂ ਬੇਅੰਤ ਹੋ, ਬੇਅੰਤ ਹੋ। 4 ਵੇਦ, 27 ਸਿਮਰਤੀਆਂ, 18 ਪੁਰਾਣ ਵੀ ਤੁਹਾਡਾ ਅੰਤ ਨਹੀਂ ਪਾ ਸਕੇ। ਕਮਲਾਪਤ ਕਵਲਾ ਨਹੀਂ ਜਾਨਾ। ਹੇ ਕਮਲਾਪਤੀ ਮਾਇਆਪਤੀ ਵਾਹਿਗੁਰੂ, ਤੇਰੀ ਮਾਇਆ ਨੇ ਵੀ ਤੇਰਾ ਅੰਤ ਨਹੀਂ ਜਾਣਿਆ। ਕਮਲਾ ਕਹਿੰਦੇ ਲక్ష్ਮੀ ਨੂੰ। ਮਾਇਆ ਬੜੀ ਪ੍ਰਬਲ ਹੈ, ਪਰ ਇਹ ਮਾਇਆ ਵੀ ਤੇਰੇ ਸਰੂਪ ਨੂੰ ਨਹੀਂ ਜਾਣ ਸਕੀ। ਕਿਉਂਕਿ ਇਹ ਕਿਵੇਂ ਜਾਣਦੀ ਜਦੋਂ ਪ੍ਰਕਾਸ਼ਿਤ ਤੇਰੇ ਕਰਕੇ ਹੈ, ਜੜ ਮਾਇਆ ਹੈ। ਇਹਨੇ ਵੀ ਤੈਨੂੰ ਨਹੀਂ ਜਾਣਿਆ। ਮਹਾਰਾਜ ਤੁਹਾਡੇ ਸਵਰੂਪ ਦਾ ਅੰਤ ਇਸ ਕਵਲਾ ਨੇ ਵੀ ਨਹੀਂ ਜਾਣਿਆ। ਕਹਿ ਕਬੀਰ ਸੋ ਭਰਮੈ ਨਾਹੀ। ਕਬੀਰ ਜੀ ਮਹਾਰਾਜ ਜੀ ਕਹਿੰਦੇ ਬੜੇ ਲੋਕ ਨੇ ਜਿਹੜੇ ਭਰਮ ਜਾਂਦੇ। ਰੱਬ ਨੂੰ ਸਮਝਣ ਲਈ ਬੜੇ ਨੇ ਜਿਹੜੇ ਭਰਮ ਜਾਂਦੇ, ਬੜੇ ਨੇ ਜਿਹੜੇ ਨਾਸਤਕ ਹੋ ਜਾਂਦੇ ਆ, ਕਹਿੰਦੇ ਰੱਬ ਹੈ ਹੀ ਨਹੀਂ, ਅਸੀਂ ਬਥੇਰਾ ਲੱਭਿਆ, ਭਰਮ ਜਾਂਦੇ। ਬੜੇ ਬੜੇ ਆਸਥਾਵਾਨ ਲੋਕ ਮੈਂ ਨਾਸਤਕ ਹੁੰਦੇ ਵੇਖੇ ਨੇ, ਕਹਿੰਦੇ ਜੀ ਲੱਭਾ ਹੀ ਨਹੀਂ, ਸਾਨੂੰ ਮਿਲਿਆ ਹੀ ਨਹੀਂ। ਇਸ ਕਰਕੇ ਅਸੀਂ ਹੁਣ ਧਾਰਨਾ ਬਣਾ ਰਹੀ ਹੈ ਵੀ ਹੈ ਹੀ ਨਹੀਂ। ਪਰ ਕਿਸੇ ਦੇ ਕਹਿਣ ਨਾਲ ਐਸਾ ਨਹੀਂ ਹੋਣਾ ਕਿ ਜੇ ਉਹ ਕਹੇ ਵੀ ਹੈ ਹੀ ਨਹੀਂ ਤੇ ਉਹਨੇ ਹੋਣਾ ਨਹੀਂ। ਉਹ ਤਾਂ ਜੋ ਹੈ ਉਹ ਹੈ ਹੀ। ਰੱਬ ਇੱਕ ਗੁੰਝਲਦਾਰ ਬੁਝਾਰਤ, ਨਾਸਤਕਾਂ ਨੇ ਕਿਹਾ। ਨਾਸਤਕ ਕਹਿੰਦੇ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲਣ ਲੱਗਿਆਂ ਪੇਚ ਉਸ ਦੇ ਕਾਫਰ ਹੋ ਜਾਏ ਬੰਦਾ। ਹੋ ਗਏ ਕਾਫਰ। ਕਾਫਰ ਕਿਸ ਨੂੰ ਕਹਿੰਦੇ? ਜਿਹੜੇ ਰੱਬ ਨੂੰ ਨਾ ਮੰਨਣ, ਉਹ ਕਾਫਰ। ਬੜੇ ਹੋ ਗਏ ਕਾਫਰ। ਪਰ ਕਬੀਰ ਜੀ ਮਹਾਰਾਜ ਜੀ ਕਹਿੰਦੇ ਉਹ ਕਾਫਰ ਨਹੀਂ ਹੁੰਦੇ, ਉਹ ਭਰਮਦੇ ਨਹੀਂ। ਕੌਣ ਨਹੀਂ ਭਰਮਦੇ? ਦੱਸਦੇ ਹਨ। ਹਾਂਜੀ। ਪਗ ਲਗ ਰਾਮ ਰਹਿ ਸਰਨਾਹੀ। ਆਪਣੇ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਉਹਦੀ ਸ਼ਰਨ ਚ ਰਹਿੰਦੇ ਨੇ, ਉਹ ਕਦੇ ਨਹੀਂ ਭਰਮਦੇ। ਸਭ ਲੁਕਾਈ ਭਰਮ ਸਕਦੀ ਹੈ, ਜਿਹੜੇ ਆਪਣੇ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਲੱਗੇ ਹੋਏ ਨੇ ਉਹ ਕਦੇ ਨਹੀਂ ਭਰਮਦੇ, ਉਹ ਕਦੇ ਕਾਫਰ ਨਹੀਂ ਹੁੰਦੇ। ਕਿਉਂਕਿ ਉਹ ਆਪਣੇ ਰਾਮ ਦੀ ਸ਼ਰਨ ਚ ਪੈ ਕੇ ਉਸ ਰਾਮ ਨੂੰ ਆਪਣੇ ਕੋਲ ਤੇ ਅੰਗ ਸੰਗ ਮਹਿਸੂਸ ਕਰਦੇ ਨੇ। ਲੋਕ ਕਹਿੰਦੇ ਨੇ ਰੱਬ ਹੈ ਹੀ ਨਹੀਂ, ਤੇ ਉਹ ਆਖਦੇ ਨੇ ਰੱਬ ਤੋਂ ਬਿਨਾਂ ਕੋਈ ਥਾਂ ਹੀ ਨਹੀਂ ਹੈ, ਉਹਦੇ ਬਿਨਾਂ ਕੋਈ ਜਗ੍ਹਾ ਹੈ ਹੀ ਨਹੀਂ। ਜਿਸ ਤੇ ਖਾਲੀ ਕੋਈ ਨਹੀਂ, ਐਸਾ ਖਸਮ ਹਮਾਰਾ। ਜਿਸ ਤੋਂ ਬਿਨਾਂ ਕੋਈ ਖਾਲੀ ਥਾਂ ਹੈ ਹੀ ਨਹੀਂ।